ਵਾਹਿਗੁਰੂ ਸਾਹਿਬ ਜੀਓ। ਏਕਸ ਕੀ ਸਿਰਕਾਰ ਏਕ, ਜਿਨ ਬ੍ਰਹਮਾ ਵਿਸ਼ਨ ਰੁਦਰ ਉਪਾਇਆ। ਨਾਨਕ ਨਿਹਚਲ ਸਾਚਾ ਏਕੋ, ਨਾ ਉਹ ਮਰੈ ਨਾ ਜਾਇਆ। ਏਕਸ ਕੀ ਸਿਰਕਾਰ ਏਕ, ਜਿਨ ਬ੍ਰਹਮਾ ਵਿਸ਼ਨ ਰੁਦਰ ਉਪਾਇਆ। ਨਾਨਕ ਨਿਹਚਲ ਸਾਚਾ ਏਕੋ, ਨਾ ਉਹ ਮਰੈ ਨਾ ਜਾਇਆ। ਕਹਾਂ ਬੁੱਧ ਪ੍ਰਭ ਤੁਛ ਹਮਾਰੀ, ਵਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ, ਕਰਤਾ ਪੁਰਖ ਨਿਰਭਉ ਨਿਰਵੈਰ, ਅਕਾਲ ਮੂਰਤ ਅਜੂਨੀ ਸੈਭੰ, ਗੁਰ ਪ੍ਰਸਾਦ ਜਪ। ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਆਦ ਸੱਚ ਜੁਗਾਦ ਸੱਚ, ਹੈ ਭੀ ਸੱਚ। ਨਾਨਕ ਹੋਸੀ ਭੀ ਸੱਚ। ਇੱਕ ਓੰਕਾਰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਗੁਰਾਂ ਦੀ ਸਾਜੀ ਅਤੇ ਨਿਵਾਜੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਗੁਰ ਸੰਗਤ ਜੀਓ। ਆਪਾਂ ਸਰਬੱਤ ਗੁਰੂ ਕੀਆਂ ਸੰਗਤਾਂ
ਸਤਿਗੁਰਾਂ ਦੇ ਪਾਵਨ ਹਜੂਰ ਅੰਮ੍ਰਿਤ ਵੇਲੇ ਦੇ ਦੀਵਾਨਾਂ ਅੰਦਰ ਪਹੁੰਚ ਕਰਕੇ ਹਰ ਰੋਜ਼ ਦੀ ਤਰ੍ਹਾਂ ਪਾਵਨ ਹਾਜ਼ਰੀਆਂ ਲਵਾ ਰਹੇ ਹਾਂ। ਪਾਵਨ ਜੋ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ, ਜਿਸ ਦੇ ਅੰਦਰ ਪਾਵਨ ਗੁਰਬਾਣੀ ਦੀ ਜਿਹੜੀ ਅਵਧੀ, ਪਾਵਨ ਗੁਰਬਾਣੀ ਦਾ ਜਿਹੜਾ ਅਸਲ ਸਿਧਾਂਤ, ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਓੰਕਾਰ ਕਰਕੇ ਲਿਖਿਆ ਹੈ, ਜਿਸ ਦੀ ਬਾਬਤ ਆਪਾਂ ਕਈ ਰੋਜ਼ ਤੋਂ ਉਸ ਵਾਹਿਗੁਰੂ ਦੀ ਮਹਿਮਾ, ਉਸ ਵਾਹਿਗੁਰੂ ਦੀ ਉਪਮਾ, ਸਿਫਤੋ ਸਲਾਹ ਕਈ ਰੂਪਾਂ ਦੇ ਵਿੱਚ ਕਰਦੇ ਆ ਰਹੇ ਹਾਂ। ਪਾਵਨ ਗੁਰਬਾਣੀ ਦੇ ਅੰਦਰੋਂ ਆਪਾਂ ਸ਼ਬਦ ਪੜ੍ਹੇ ਹਨ ਕਿ ਏਕਸ ਕੀ ਸਿਰਕਾਰ ਏਕ, ਜਿਨ ਬ੍ਰਹਮਾ ਵਿਸ਼ਨ ਰੁਦਰ ਉਪਾਇਆ। ਕਿ ਇਹ ਜਿੰਨੀ ਵੀ ਆਪਾਂ ਸੰਸਾਰ ਦੇ ਅੰਦਰ ਜੀਵ ਜੰਤੂ ਵੇਖਦੇ ਹਾਂ, ਜਿਤਨੀ ਵੀ ਕਾਰ ਵਿਹਾਰ ਹੋ ਰਹੀ ਹੈ, ਉਸ ਕਾਰ ਕੰਮ ਦੇ ਪਿੱਛੇ, ਵਰਤੋਂ ਵਿਹਾਰ ਦੇ ਪਿੱਛੇ ਉਸ ਇੱਕ ਅਕਾਲ ਪੁਰਖ ਵਾਹਿਗੁਰੂ ਦੀ ਜਿਹੜੀ ਕਾਰ ਆਗਿਆ ਹੈ, ਉਹ ਕੰਮ ਕਰ ਰਹੀ ਹੈ। ਉਸ ਵਾਹਿਗੁਰੂ ਨੇ ਹੀ ਜਿਤਨੇ ਵੀ ਰੁਦਰ, ਬ੍ਰਹਮਾ ਔਰ ਸ਼ਿਵ ਜੀ ਆਦਿਕ ਦੇਵਤੇ ਹਨ, ਉਹਨਾਂ ਨੂੰ ਵੀ ਪੈਦਾ ਕੀਤਾ ਹੈ। ਪਰ ਇਹਨਾਂ ਸਭ ਕੁਝ ਕਰਨ ਦੇ ਬਾਵਜੂਦ ਵੀ ਉਸ ਵਾਹਿਗੁਰੂ ਦਾ ਆਪਣਾ ਜਿਹੜਾ ਸਰੂਪ ਹੈ, ਉਹ ਨਹੀਂ ਬਦਲਿਆ। ਜਿਵੇਂ ਮਨੁੱਖਾਂ ਦੀ ਜਿਹੜੀ ਸੀਮਾ ਹੈ, ਇਹ ਜਦੋਂ ਬਹੁਤੇ ਕੰਮਾਂ ਕਾਰਾਂ ਦੇ ਵਿੱਚ ਪੈ ਜਾਵੇ, ਉਨੀ ਹੀ ਇਸ ਦੀ ਜਿਹੜੀ ਬਿਰਤੀ ਹੈ, ਉਹ ਖੰਡਣੀ ਸ਼ੁਰੂ ਹੋ ਜਾਂਦੀ ਹੈ। ਮਨ ਦੀਆਂ ਸੋਚਾਂ, ਮਨ ਦੀਆਂ ਵਿਚਾਰਾਂ, ਉਹ ਤਰ੍ਹਾਂ ਤਰ੍ਹਾਂ ਦੀਆਂ ਉਤਪੰਨ ਹੋਣੀਆਂ ਸੁਭਾਵਿਕ ਹਨ। ਪਰ ਉਹ ਪਰਮੇਸ਼ਰ ਵਾਹਿਗੁਰੂ ਦੀ ਇੱਕ ਵਿਲੱਖਣ ਇਹ ਕੌਤਕ, ਇਹ ਚੀਜ਼ ਹੈ ਕਿ ਉਹ ਭਾਵੇਂ ਸੰਸਾਰ ਦੇ ਅੰਦਰ ਕਈ ਰੂਪਾਂ ਦੇ ਅੰਦਰ, ਕਈ ਰੂਪ ਕਹਿਣ ਤੋਂ ਭਾਵ ਹੈ ਕਿ ਉਹ ਬੇਅੰਤ ਰੂਪਾਂ ਵਾਲਾ ਹੈ। ਜੇ ਆਪਾਂ ਇਹ ਗੱਲ ਦਾ ਦਾਅਵਾ ਕਰੀਏ ਕਿ ਅਸੀਂ ਉਸ ਦੇ ਰੂਪਾਂ ਦਾ ਜ਼ਿਕਰ ਕਰ ਦੇਵਾਂਗੇ, ਜ਼ਿਕਰ ਕਰਨਾ ਤਾਂ ਦੂਰ ਹੈ, ਜੇ ਕਿਧਰੇ ਆਪਾਂ 84 ਲੱਖ ਜੂਨਾਂ ਨੂੰ ਗਿਣਨਾ ਵੀ ਸ਼ੁਰੂ ਕਰੀਏ ਤੇ ਸਾਡੇ ਕੋਲੋਂ ਜੀਵ ਜੰਤੂਆਂ ਦੇ ਜਿਹੜੇ ਨਾਮ ਔਰ ਗਿਣਤੀ ਹੈ, ਉਹ ਨਹੀਂ ਗਿਣੀ ਜਾ ਸਕਦੀ ਕਿ ਕਿਹੜੇ ਜੀਵ ਕਿਸ ਹਾਲਤ ਵਿੱਚ, ਕਿਸ ਜਗ੍ਹਾ ਵਿੱਚ ਜੀਵਨ ਜਿਉਂਦੇ ਹਨ। ਇਸ ਲਈ ਉਹ ਜਿਹੜਾ ਪਰਮੇਸ਼ਰ ਹੈ, ਜੀਵ ਜੰਤੂਆਂ ਨੂੰ ਪੈਦਾ ਕਰਦਾ ਹੋਇਆ, ਸਭੇ ਪ੍ਰਕਾਰ ਕਰਕੇ ਰੂਪਾਂ ਦੇ ਵਿੱਚ ਵਿਚਰਦਾ ਹੋਇਆ, ਨਾਨਕ ਨਿਹਚਲ ਸਾਚਾ ਏਕੋ। ਫਿਰ ਵੀ ਉਹ ਨਿਹਚਲ ਹੈ, ਉਹ ਚਲਾਏ ਮਾਨ ਨਹੀਂ ਹੈ। ਉਸ ਦੇ ਅੰਦਰ ਜਿਹੜਾ ਚੰਚਲਤਾਈ ਦਾ ਭਾਵ ਹੈ, ਉਹ ਨਹੀਂ ਵਿਰਾਜਦਾ। ਆਪਾਂ ਜਿਹੜੇ ਮਨੁੱਖ ਹਾਂ, ਆਪਣਾ ਜੀਵਨ ਹੈ ਚੱਲ ਵਸਤੂ ਦੇ ਵਾਂਗ। ਕਦੇ ਸਾਨੂੰ ਜੀਵਨ ਦੇ ਅੰਦਰ ਦੁੱਖ ਵਿਆਪਦਾ ਹੈ, ਕਦੇ ਸੁੱਖ ਹੁੰਦਾ ਹੈ। ਆਪਣੀ ਜਿਹੜੀ ਬਿਰਤੀ ਹੈ, ਉਹ ਹਮੇਸ਼ਾ ਇੱਕੋ ਜਿਹੀ ਵਿਰਾਜਮਾਨ ਨਹੀਂ ਰਹਿ ਸਕਦੀ। ਪਰ ਜੇ ਅਸੀਂ ਉਸ ਇੱਕ ਨਿਹਚਲ ਜਿਹੜਾ ਸਾਚਾ ਹੈ, ਜਿਹੜਾ ਇੱਕ ਹੈ, ਉਸ ਦਾ ਨਾਮ ਜਪਾਂਗੇ, ਉਸ ਦਾ ਧਿਆਨ ਧਰਾਂਗੇ, ਕਿਉਂਕਿ ਜੈਸੋ ਸੇਵੈ
ਤੈਸੋ ਹੋਵੇ। ਮਨੁੱਖ ਜਿਸ ਤਰ੍ਹਾਂ ਦੇ ਮਨੁੱਖਾਂ ਦੀ ਦੇਵੀ ਦੇਵਤਿਆਂ ਦੀ ਪੂਜਾ ਕਰਦਾ ਹੈ, ਉਸ ਦੇ ਵਰਗਾ ਸੁਭਾਵ ਹੋਣਾ, ਉਸ ਦੇ ਵਰਗਾ ਜਿਹੜਾ ਚਰਿੱਤਰ ਹੋਣਾ, ਇਹ ਸੁਭਾਵਿਕ ਇੱਕ ਗੱਲ ਹੈ। ਇਸ ਤੋਂ ਆਪਾਂ ਬਚ ਕੇ ਨਹੀਂ ਰਹਿ ਸਕਦੇ ਕਿ ਪੂਜਾ ਅਸੀਂ ਕਿਸੇ ਹੋਰ ਦੀ ਕਰੀਏ ਤੇ ਉਸਤਤ ਅਸੀਂ ਇੱਕ ਵਾਹਿਗੁਰੂ ਦੀ ਕਰਨੀ ਸ਼ੁਰੂ ਕਰਾਂਗੇ। ਇੱਦਾਂ ਨਹੀਂ ਹੋ ਸਕਦਾ। ਸਾਨੂੰ ਮਨ ਦੇ ਅੰਦਰ ਇਹ ਵਿਸ਼ਵਾਸ, ਇਹ ਦ੍ਰਿੜਤਾ ਲਿਆਉਣੀ ਪਵੇਗੀ ਕਿ ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ ਏਕੋ ਹੈ। ਉਹ ਜਿਹੜਾ ਵਾਹਿਗੁਰੂ ਹੈ ਉਹ ਐਸਾ ਹੈ ਕਿ ਨਾਨਕ ਨਿਹਚਲ ਸਾਚਾ ਏਕੋ, ਨਾ ਉਹ ਮਰੈ ਨਾ ਜਾਇਆ। ਨਾ ਹੀ ਉਹ ਕਦੇ ਇਸ ਸੰਸਾਰ ਤੋਂ ਕੂਚ ਕਰਕੇ ਮਰਦਾ ਹੈ ਤੇ ਨਾ ਹੀ ਉਸ ਦਾ ਜਨਮ ਹੁੰਦਾ ਹੈ। ਉਹ ਇੱਕ ਜੋਤੀ ਸਰੂਪ ਹੈ, ਪ੍ਰਕਾਸ਼ ਰੂਪ ਹੈ, ਜਿਸ ਨੂੰ ਵਿਦਾਂਤ ਦੀ ਭਾਸ਼ਾ ਵਿੱਚ ਆਖਿਆ ਜਾਂਦਾ ਹੈ ਸਚਿਦਾਨੰਦ, ਕਿ ਉਸ ਦੇ 3 ਰੂਪ ਹਨ, ਸਤ, ਚਿੱਤ ਔਰ ਆਨੰਦ। ਉਹ ਜਿਹੜਾ ਵਾਹਿਗੁਰੂ ਹੈ, ਭਾਵੇਂ ਉਹ ਨਾਮਾ ਕਰਕੇ, ਭਾਵੇਂ ਉਹ ਗੁਣਾ ਕਰਕੇ ਵੱਖਰੋ ਵੱਖਰਾ ਹੈ। ਕਿਸੇ ਨੇ ਉਸ ਨੂੰ ਖੁਦਾ ਆਖਿਆ, ਕਿਸੇ ਨੇ ਵਾਹਿਗੁਰੂ ਆਖਿਆ, ਕਿਸੇ ਨੇ ਉਸ ਪਰਮੇਸ਼ਰ ਨੂੰ ਅੱਲਾ ਆਖਿਆ, ਰਹੀਮ ਆਖਿਆ, ਰਾਮ ਆਖਿਆ। ਉਹ ਭਾਵੇਂ ਨਾਮਾਂ ਦੇ ਕਰਕੇ ਸਾਨੂੰ ਵੱਖਰਾ ਪ੍ਰਤੀਤ ਹੁੰਦਾ ਹੈ। ਜੇ ਕੋਈ ਰਾਮ ਆਖੇ ਤੇ ਇਸ ਗੱਲ ਦੀ ਜਿਹੜੀ ਵਿਰੋਧਤਾ ਹੈ ਮੁਸਲਮਾਨ ਕਰਦੇ ਹਨ ਕਿ ਰਾਮ ਸ਼ਬਦ ਕਿਉਂ ਆਖਿਆ ਜਾਂਦਾ ਹੈ। ਹਿੰਦੂ ਵੀਰਾਂ ਦੀ ਇਹ ਬਿਰਤੀ ਹੈ ਕਿ ਜੇ ਅੱਲਾ ਆਖਿਆ, ਖੁਦਾ ਆਖਿਆ ਤੇ ਉਹ ਪ੍ਰਵਾਨ ਨਹੀਂ ਕਰਦੇ। ਪਰ ਪਾਵਨ ਗੁਰਬਾਣੀ ਦਾ ਸਿਧਾਂਤ ਹੈ, ਉਹ ਜਿਹੜਾ ਵਾਹਿਗੁਰੂ ਹੈ ਉਸ ਦੀ ਬਾਬਤ ਸਾਰੀਆਂ ਭਾਸ਼ਾਵਾਂ ਦੇ ਵਿੱਚ ਔਰ ਇਸੇ ਪ੍ਰਕਾਰ ਵੱਖਰੋ ਵੱਖਰੇ ਮਨੁੱਖ, ਕੋਈ ਬੋਲੇ ਰਾਮ ਰਾਮ, ਕੋਈ ਅੱਲਾਹ, ਕੋਈ ਉਸ ਵਾਹਿਗੁਰੂ ਨੂੰ ਰਾਮ ਰਾਮ ਆਖ ਕੇ ਪੁਕਾਰਦਾ ਹੈ, ਕੋਈ ਉਸ ਵਾਹਿਗੁਰੂ ਨੂੰ ਅੱਲਾ ਆਖ ਕੇ ਪੁਕਾਰਦਾ ਹੈ। ਇਹ ਉਵੇਂ ਹੀ ਗੱਲ ਹੈ ਜਿਵੇਂ ਮਨੁੱਖ ਇੱਕ ਹੋਵੇ, ਉਸ ਮਨੁੱਖ ਨੂੰ ਕੋਈ ਆ ਕੇ ਪਿਤਾ ਜੀ ਆਖਦਾ ਹੈ, ਉਸੇ ਮਨੁੱਖ ਨੂੰ ਕੋਈ ਆ ਕੇ ਭਰਾ ਆਖਦਾ ਹੈ, ਉਸੇ ਮਨੁੱਖ ਨੂੰ ਮਾਂ ਬੇਟਾ ਆਖਦੀ ਹੈ। ਉਸੇ ਪ੍ਰਕਾਰ ਵੱਖਰੋ ਵੱਖਰੇ ਰਿਸ਼ਤਿਆਂ ਦੇ ਅੰਦਰ ਉਸ ਦੇ ਵੱਖਰੋ ਵੱਖਰੇ ਨਾਮ ਪੈ ਜਾਂਦੇ ਆ। ਕੋਈ ਉਸ ਨੂੰ ਚਾਚਾ, ਕੋਈ ਮਾਮਾ, ਕੋਈ ਤਾਇਆ ਆਖ ਕੇ ਪੁਕਾਰਦਾ ਹੈ। ਪਰ ਉਹ ਜਿਹੜਾ ਸਰੀਰ ਹੈ, ਜਿਸ ਦਾ ਵੱਖਰਾ ਵੱਖਰਾ ਨਾਮ ਪੁਕਾਰਿਆ ਜਾ ਰਿਹਾ ਹੈ, ਉਹ ਸਾਰੇ ਨਾਮਾਂ ਦੇ ਅੰਦਰ ਇੱਕੋ ਹੀ ਮਨੁੱਖ ਵਰਤਦਾ ਹੈ। ਉਸੇ ਤਰ੍ਹਾਂ ਹੀ ਉਹ ਪਰਮੇਸ਼ਰ ਦੀ ਬਾਤ ਹੈ। ਇਸ ਲਈ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਇੰਨਾ ਵੱਡਾ ਸਿਧਾਂਤ ਬਖਸ਼ਿਆ ਹੈ ਕਿ ਭਾਵੇਂ ਕੋਈ ਰਾਮ ਪਿਆ ਪੁਕਾਰੇ, ਭਾਵੇਂ ਕੋਈ ਖੁਦਾ ਆਖੇ, ਸਭੇ ਨਾਮ ਹੀ ਗੁਰਮਤਿ ਨੇ ਪ੍ਰਵਾਨ ਕੀਤੇ ਹਨ। ਪ੍ਰਵਾਨ ਕੀਤੇ ਵੀ ਕਿਉਂ ਨਾ ਜਾਣ, ਕਿਉਂਕਿ ਪਿੱਛੇ ਸ਼ਕਤੀ, ਪਿੱਛੇ ਵਿਰਾਜਮਾਨ ਇੱਕ ਹੈ ਤੇ ਉਸ ਦਾ ਸਰੂਪ ਗੁਰਬਾਣੀ ਦੇ ਅੰਦਰ ਸਤਿਗੁਰੂ ਸਾਹਿਬ ਜੀ ਨੇ ਵਾਰ-ਵਾਰ ਦ੍ਰਿੜ ਕਰਾਇਆ ਹੈ, ਵਾਰ-ਵਾਰ ਉਸ ਦਾ ਜ਼ਿਕਰ ਕੀਤਾ ਹੈ। ਸਿਰਫ ਇੱਕ ਓੰਕਾਰ ਦੀ ਬਾਤ ਨਹੀਂ ਹੈ। ਕੋਈ ਵੀ ਬਾਣੀ ਜਦੋਂ ਅਸੀਂ ਪੜ੍ਹ ਕੇ ਵੇਖਦੇ ਹਾਂ, ਸ਼ਬਦ ਪੜ੍ਹਦੇ ਹਾਂ, ਕਿਤੇ ਨਾ ਕਿਤੇ ਜਾ ਕੇ
ਆਖਰ ਜਿਹੜਾ ਸ਼ਬਦ ਦਾ ਸਿਧਾਂਤ ਹੈ, ਉਸ ਦਾ ਜਿਹੜਾ ਇਸ਼ਾਰਾ ਹੈ ਉਹ ਇੱਕ ਦੇ ਵੱਲ ਹੁੰਦਾ ਹੈ। ਇਸ ਲਈ ਸਤਿਗੁਰੂ ਸਾਹਿਬ ਜੀ ਦਾ ਇਹ ਜਿਹੜਾ ਪਾਵਨ ਸਿਧਾਂਤ ਸਾਨੂੰ ਗੁਰਸਿੱਖਾਂ ਨੂੰ ਬਖਸ਼ਿਆ ਹੈ, ਇਹ ਸਿਰਫ ਗੁਰਸਿੱਖਾਂ ਦੇ ਲਈ ਨਹੀਂ ਹੈ। ਦਾਸ ਨੇ ਇਹ ਬਚਨ ਇੱਕ ਦਿਨ ਪਹਿਲਾਂ ਵੀ ਆਖੇ ਸਨ, ਉਹਨਾਂ ਨੂੰ ਦੁਹਰਾ ਦਿੱਤਾ ਜਾਵੇ ਕਿ ਜਿਹੜਾ ਪਾਵਨ ਗੁਰਬਾਣੀ ਦਾ ਉਪਦੇਸ਼ ਹੈ, ਇਹ ਸਿੱਖਾਂ ਦੇ ਲਈ ਨਹੀਂ ਹੈ। ਸਿਰਫ ਇਹ ਇੱਕ ਗੱਲ ਦੇ ਵਿੱਚ ਫਰਕ ਹੈ। ਇੱਕ ਗੱਲ ਤਾਂ ਇਹ ਕਹਿਣੀ ਕਿ ਪਾਵਨ ਗੁਰਬਾਣੀ ਦਾ ਉਪਦੇਸ਼ ਗੁਰਸਿੱਖਾਂ ਲਈ ਹੈ, ਇਹ ਗੱਲ ਕਿਤੇ ਘੱਟ ਠੀਕ ਹੈ। ਇਸ ਤੋਂ ਵੱਧ ਠੀਕ ਗੱਲ ਇਹ ਹੈ ਕਿ ਜਿਹੜਾ ਵੀ ਪਾਵਨ ਗੁਰਬਾਣੀ ਨੂੰ ਸੁਣਦਾ ਹੈ, ਪੜ੍ਹਦਾ ਹੈ, ਵਿਚਾਰਦਾ ਹੈ, ਉਹ ਕੋਈ ਵੀ ਹੋਵੇ, ਉਹ ਗੁਰਸਿੱਖ ਦੀ ਪਦਵੀ ਨੂੰ ਪ੍ਰਾਪਤ ਹੋ ਜਾਂਦਾ ਹੈ। ਬਸ਼ਰਤੇ ਇਹ ਹੈ ਕਿ ਬਾਣੀ ਪੜ੍ਹ ਕੇ ਵਿਚਾਰ ਕੇ ਆਪਣੇ ਜੀਵਨ ਦੇ ਅੰਦਰ ਧਾਰਨ ਕਰਨ ਦਾ ਜਿਹੜਾ ਯਤਨ ਹੈ, ਇਹ ਗੁਰੂ ਚਰਨਾਂ ਦਾ ਓਟ ਆਸਰਾ ਲੈ ਕੇ ਸਾਨੂੰ ਕਰਨਾ ਚਾਹੀਦਾ ਹੈ। ਇਸ ਪ੍ਰਕਾਰ ਮੁਸਲਮਾਨ ਮਤ ਦੇ ਅੰਦਰ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ 101 ਨਾਮ ਪੁਕਾਰੇ ਜਾਂਦੇ ਹਨ, ਉਹਨਾਂ ਦੇ ਵਿੱਚੋਂ ਇੱਕ ਨਾਮ ਹੈ ਪਰਮੇਸ਼ਰ ਵਾਹਿਗੁਰੂ ਦਾ ਬਰ। ਬਰ ਦਾ ਅਰਥ ਹੁੰਦਾ ਹੈ ਨੇਕੀ ਕਰਨ ਵਾਲਾ, ਕਿ ਉਹ ਵਾਹਿਗੁਰੂ ਹਰ ਸਮੇਂ ਮਨੁੱਖਾਂ ਨੂੰ ਜਿਹੜੀ ਚੰਗਿਆਈ ਹੈ ਉਹ ਦੇਣ ਵਾਲਾ ਹੈ। ਜਿਸ ਨੂੰ ਪਾਵਨ ਗੁਰਬਾਣੀ ਇਹਨਾਂ ਬਚਨਾਂ ਦੇ ਰਾਹੀਂ ਬਿਆਨ ਕਰਦੀ ਹੈ, ਹਰ ਜੀਉ ਨਿਮਾਣਿਆ ਤੂੰ ਮਾਣ, ਨਿਚੀਜਿਆ ਚੀਜ਼ ਕਰੇ ਮੇਰਾ ਗੋਵਿੰਦ, ਤੇਰੀ ਕੁਦਰਤ ਕਉ ਕੁਰਬਾਨ। ਉਹ ਵਾਹਿਗੁਰੂ ਜੋ ਗੋਬਿੰਦ ਹੈ, ਜੋ ਸਾਡੀਆਂ ਇੰਦਰੀਆਂ ਦੀ ਰੱਖਿਆ ਕਰਨ ਵਾਲਾ ਹੈ, ਜਾਂ ਇਸ ਧਰਤੀ ਦੀ ਲੁਕਾਈ ਨੂੰ ਜਿਹੜੀ ਬਿੰਦ ਮੈਨੇ ਪ੍ਰਕਾਸ਼ਵਾਨਤਾ ਹੈ ਉਹ ਦੇਣ ਵਾਲਾ ਹੈ, ਚਾਨਣ ਦੇਣ ਵਾਲਾ ਹੈ। ਉਹ ਵਾਹਿਗੁਰੂ ਐਸਾ ਹੈ, ਹਰ ਜੀਉ ਨਿਮਾਣਿਆ ਤੂੰ ਮਾਣ, ਜਿਨ੍ਹਾਂ ਦੇ ਜੀਵਨ ਦੇ ਅੰਦਰ ਕੋਈ ਵੀ ਮਾਣ ਨਹੀਂ ਹੈ, ਜਿਨ੍ਹਾਂ ਨੂੰ ਕੋਈ ਕਦੇ ਵੀ ਚੰਗਾ ਆਖ ਕੇ ਪੁਕਾਰਦਾ ਨਹੀਂ ਹੈ। ਜੇ ਕਿਧਰੇ ਉਹ ਪਰਮੇਸ਼ਰ ਵਾਹਿਗੁਰੂ ਦੀ ਸਤਿਗੁਰੂ ਸਾਹਿਬ ਜੀ ਦੀ ਸ਼ਰਨ ਆ ਜਾਣ, ਚਿੱਤ ਆਵੇ ਉਸ ਪਾਰ ਬ੍ਰਹਮ, ਲੱਗੇ ਨਾ ਤਤੀ ਵਾਓ। ਦਾਸ ਇੱਕ ਉਦਾਹਰਣ ਦੇ ਨਾਲ ਇਸ ਗੱਲ ਨੂੰ ਸਪਸ਼ਟ ਕਰੇ ਕਿ ਇੱਕ ਵਾਰ ਹਜੂਰ ਸਾਹਿਬ ਤੋਂ ਕੁਝ ਗੁਰਸਿੱਖ ਮਿਲਣ ਆਏ ਹੋਏ ਸਨ। ਉਹਨਾਂ ਨੇ ਆਖਿਆ ਕਿ ਆਪਾਂ ਕਿਸੇ ਇਲਾਕੇ ਦੇ ਅੰਦਰ ਕਿਸੇ ਗੁਰਸਿੱਖ ਦੇ ਘਰ ਵਿੱਚ ਜਾਣਾ ਹੈ। ਤੇ ਜਦੋਂ ਉਸ ਘਰ ਦੇ ਵਿੱਚ ਗਏ, ਉਹ ਜਿਹੜਾ ਘਰ ਦਾ ਮੁਖੀਆ ਸੀ ਉਹ ਸਾਨੂੰ ਬਾਹਰ ਤੋਂ ਲੈਣ ਆਇਆ, ਗਲੀ ਦੇ ਵਿੱਚ ਅਸੀਂ ਚੱਲਦੇ ਜਾਈਏ। ਜਿਹੜੇ ਉਹ ਦਾਸ ਦੇ ਨਾਲ ਗੁਰਸਿੱਖ ਆਏ ਸਨ, ਉਹ ਕੁਝ ਅੱਗੇ ਤੁਰਦੇ ਜਾ ਰਹੇ ਸਨ, ਤੇ ਉਹ ਘਰ ਦਾ ਜਿਹੜਾ ਮੁਖੀਆ ਸੀ ਉਹ ਦਾਸ ਦੇ ਨਾਲ ਤੁਰਦਾ ਜਾ ਰਿਹਾ, ਵਿਚਾਰਾਂ ਕਰਦਾ ਹੋਇਆ ਜਾ ਰਿਹਾ ਸੀ। ਜਾਂਦਿਆਂ ਜਾਂਦਿਆਂ ਉਸ ਨੇ ਇੱਕ ਗੱਲ ਸੁਣਾਈ ਕਿ ਪਰਮੇਸ਼ਰ ਵਾਹਿਗੁਰੂ ਕਿੱਦਾਂ ਰਹਿਮ ਕਰਦਾ ਹੈ, ਮਿਹਰ ਕਰਦਾ ਹੈ। ਉਹ ਘਰ ਦਾ ਮੁਖੀਆ ਆਖਣ ਲੱਗਾ ਕਿ ਇਹ ਜਿਹੜੇ ਤੁਹਾਡੇ ਨਾਲ ਗੁਰਸਿੱਖ ਆਏ ਨੇ, ਇਹ ਅੱਜ ਤੋਂ ਤਕਰੀਬਨ 3-4 ਸਾਲ ਪਹਿਲਾਂ ਵੀ ਸਾਡੇ ਘਰ ਆਏ ਸਨ। ਤੇ ਜਦੋਂ ਇਹ ਘਰ ਦੇ ਵਿੱਚ ਆਏ ਤੇ ਮੈਂ ਸ਼ਰਾਬ ਦੇ ਨਾਲ ਰੱਜਿਆ ਹੋਇਆ ਬਾਹਰ ਦਰਾਂ ਦੇ ਵਿੱਚ ਬੂਹੇ ਦੇ ਵਿੱਚ ਪਿਆ ਸੀ।
ਤੇ ਇਹ ਮੈਨੂੰ ਦੂਰੋਂ ਆਵਾਜ਼ ਮਾਰ ਕੇ ਆਖਣ ਲੱਗੇ ਕਿ ਭਗਤਾ ਬਾਜ ਆ ਜਾ। ਕਹਿੰਦੇ ਉਹ ਦਿਨ ਗਿਆ, ਦਿਨ ਬਦਲਦੇ ਗਏ, ਮੈਂ ਸ਼ਰਾਬ ਛੱਡੀ, ਨਾਮ ਜਪਣਾ ਸ਼ੁਰੂ ਕੀਤਾ, ਅੰਮ੍ਰਿਤ ਛਕ ਲੈਣਾ ਕੀਤਾ। ਅੱਜ ਮੈਨੂੰ ਸਾਰਾ ਪਿੰਡ ਜਿਹੜਾ ਮੈਨੂੰ ਕਦੇ ਸ਼ਰਾਬੀ ਆਖ ਕੇ ਕਦੇ ਮੈਨੂੰ ਆਖਦਾ ਸੀ ਕਿ ਇਸ ਦੇ ਕੀ ਮੂੰਹ ਲੱਗਣਾ, ਇਹ ਤਾਂ ਦਿਨੇ ਹੀ ਪੀਤੀ ਰੱਖਦਾ ਹੈ। ਜਿਹੜੇ ਲੋਕ ਮੈਨੂੰ ਸ਼ਰਾਬੀ ਕਬਾਬੀ ਕਹਿ ਕੇ ਪੁਕਾਰਦੇ ਸਨ, ਉਹ ਸਾਰੇ ਮੈਨੂੰ ਅੱਜ ਭਗਤ ਜੀ ਕਹਿ ਕੇ ਪੁਕਾਰਦੇ ਹਨ। ਇੰਨਾ ਵੱਡਾ ਸਤਿਕਾਰ ਹੈ ਗੁਰੂ ਕੇ ਪਿਆਰਿਆਂ ਦੇ ਬਚਨਾਂ ਦੇ ਵਿੱਚ, ਕਿਉਂਕਿ ਸਾਧ ਬਚਨ ਅਟਲਾਦਾ। ਕਹਿਣ ਤੋਂ ਭਾਵ ਇਹ ਹੈ ਕਿ ਉਹ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਨਿਮਾਣਿਆ ਤੂੰ ਮਾਣ। ਜਿਹੜੇ ਮਾਣ ਤੋਂ ਰਹਿਤ ਹਨ ਉਹਨਾਂ ਨੂੰ ਪਰਮੇਸ਼ਰ ਵਾਹਿਗੁਰੂ ਮਾਣ ਸਤਿਕਾਰ ਬਖਸ਼ਣ ਵਾਲਾ ਹੈ। ਨਚੀਜਿਆ ਚੀਜ਼ ਕਰੇ ਮੇਰਾ ਗੋਵਿੰਦ, ਤੇਰੀ ਕੁਦਰਤ ਕੋ ਕੁਰਬਾਨ। ਕਿ ਹੇ ਵਾਹਿਗੁਰੂ ਤੇਰੀ ਸ਼ਕਤੀ ਤੋਂ ਅਸੀਂ ਕੁਰਬਾਨ ਜਾਣੇ ਹਾਂ ਕਿ ਤੂੰ ਐਸੇ ਐਸੇ ਕੌਤਕ ਕਰਨ ਵਾਲਾ ਹੈ ਜਿਹੜੇ ਨਚੀਜ ਹਨ, ਜਿਨ੍ਹਾਂ ਨੂੰ ਸੰਸਾਰ ਦੇ ਵਿੱਚ ਕੁਝ ਵੀ ਨਹੀਂ ਸਮਝਿਆ ਜਾਂਦਾ। ਤੁਸੀਂ ਦੇਖੋ ਪਾਵਨ ਸ੍ਰੀ ਅੰਮ੍ਰਿਤਸਰ ਸ੍ਰੀ ਹਰਿਮੰਦਰ ਸਾਹਿਬ ਸੁਸ਼ੋਭਿਤ ਹੈ। ਉਸ ਜਗ੍ਹਾ ਦੇ ਉੱਪਰ ਸਿੰਘ ਸਾਹਿਬ ਚੌਰ ਸਾਹਿਬ ਦੀ ਸੇਵਾ ਕਰਦੇ ਹਨ, ਪਰ ਉਸ ਜਗ੍ਹਾ ਭਾਵੇਂ ਕੋਈ ਕਿਸੇ ਵੀ ਦੇਸ਼ ਦਾ ਕੋਈ ਪ੍ਰਧਾਨ ਮੰਤਰੀ ਕਿੰਨਾ ਵੀ ਅਮੀਰ ਉਸ ਜਗ੍ਹਾ ਜਾ ਕਰਕੇ ਚੌਰ ਸਾਹਿਬ ਦੀ ਸੇਵਾ ਨਹੀਂ ਕਰ ਸਕਦਾ। ਉੱਥੇ ਜਿਹੜੇ ਨਿਮਾਣੇ ਨਚੀਜ ਜਿਹੜੇ ਕਦੇ ਗੁਰਸਿੱਖ ਸਨ, ਉਹਨਾਂ ਨੂੰ ਸਤਿਗੁਰੂ ਸਾਹਿਬ ਜੀ ਨੇ ਇੰਨਾ ਸਤਿਕਾਰ ਬਖਸ਼ਿਆ ਕਿ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਿਆ, ਹਾਜ਼ਰੀਆਂ ਲਵਾਉਂਦੇ ਹਨ। ਕਿਉਂਕਿ ਪਾਵਨ ਗੁਰਬਾਣੀ ਦਾ ਇਹ ਸਿਧਾਂਤ ਹੈ ਕਿ ਉਹ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਨੀਚ ਹੈ ਊਚ ਕਰੈ ਮੇਰਾ ਗੋਵਿੰਦ। ਦਾਸ ਇੱਥੇ ਆਪ ਜੀ ਦੇ ਖਿਆਲ ਦੇ ਲਈ ਇੱਕ ਇਹ ਵੀ ਜ਼ਿਕਰ ਕਰ ਦੇਵੇ ਕਿ ਇਹ ਜਿਹੜੀ ਪੰਕਤੀ ਹੈ ਤੁਸੀਂ ਆਮ ਹੀ ਬੱਸਾਂ ਕਾਰਾਂ ਦੇ ਉੱਪਰ ਲਿਖੀ ਹੋਈ ਵੇਖੀ ਹੋਣੀ ਹੈ। ਪਹਿਲੀ ਗੱਲ ਤਾਂ ਇਹ ਹੈ ਕਿ ਜੇ ਅਸੀਂ ਇੱਕ ਗੁਰਸਿੱਖ ਹਾਂ ਤੇ ਸਾਨੂੰ ਕਿਸੇ ਵੀ ਗੱਡੀ ਮੋਟਰ ਦੇ ਉੱਪਰ ਜਾਂ ਜਿੱਥੇ ਮਿੱਟੀ ਘੱਟਾ ਆਮ ਪੈਂਦਾ ਹੋਵੇ ਉੱਥੇ ਗੁਰਬਾਣੀ ਨਹੀਂ ਲਿਖਣੀ ਚਾਹੀਦੀ। ਅੱਜ ਅਸੀਂ ਕੋਈ ਮਰਗ ਦਾ ਕੋਈ ਪੋਸਟਰ ਛਪਾਉਣੇ ਆ, ਜਾਂ ਤੁਸੀਂ ਵੱਡੇ ਵੱਡੇ ਸਮਾਗਮ ਹੁੰਦੇ ਹਨ ਉਹਨਾਂ ਦੇ ਉੱਪਰ ਆਮ ਕਰਕੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਲਿਖਿਆ ਤੁਸੀਂ ਆਮ ਵੇਖਿਆ ਹੈ, ਜਾਂ ਕਈ ਵਾਰ ਸਮਾਗਮ ਦੇ ਅਨੁਸਾਰ ਕੁਝ ਹੋਰ ਪੰਕਤੀਆਂ ਵੀ ਲਿਖੀਆਂ ਹੁੰਦੀਆਂ ਨੇ, ਤੇ ਉਹ ਜਿਹੜਾ ਪੋਸਟਰ ਹੈ ਸਮੇਂ ਬਾਅਦ ਕੰਧ ਉੱਪਰੋਂ ਲੱਥ ਕਰਕੇ ਨਾਲੀਆਂ ਦੇ ਵਿੱਚ ਜਾਂਦਾ ਹੈ, ਪੈਰਾਂ ਦੇ ਵਿੱਚ ਰੁਲਦਾ ਹੈ। ਇਸ ਲਈ ਇਹ ਵੀ ਇੱਕ ਗੁਰੂ ਸਾਹਿਬਾਨ ਜੀ ਦੀ ਬੇਅਦਬੀ ਦਾ ਕਾਰਨ ਬਣਦਾ ਹੈ। ਤੇ ਦੂਸਰੀ ਗੱਲ ਹੈ ਕਿ ਨੀਚ ਹੈ ਊਚ ਕਰੈ ਮੇਰਾ ਗੋਬਿੰਦ। ਇਹ ਜਿਹੜਾ ਨੀਚ ਹੈ ਸ਼ਬਦ ਹੈ, ਇਸ ਦੇ ਹਾਹੇ ਨੂੰ ਔਂਕੜ ਨਹੀਂ ਹੈ। ਆਮ ਕਰਕੇ ਜਿੰਨੀਆਂ ਵੀ ਬੱਸਾਂ ਕਾਰਾਂ ਹੁੰਦੀਆਂ ਨੇ ਉੱਥੇ ਨੀਚੋ ਲਿਖਿਆ ਹੁੰਦਾ ਹੈ। ਇਸ ਲਈ ਜਿਹੜੇ ਕੋਈ ਡਿਜ਼ਾਈਨਿੰਗ ਦਾ ਕੰਮ ਕਰਨ ਵਾਲੇ ਹਨ ਉਹਨਾਂ ਨੂੰ ਵੀ ਇਸ ਗੱਲ ਦੀ ਜਿਹੜੀ ਵਿਚਾਰ ਹੈ, ਗਿਆਨ ਹੈ, ਲੈਣਾ ਚਾਹੀਦਾ ਹੈ ਕਿ ਗੁਰਬਾਣੀ ਦਾ ਜਿਹੜਾ ਸ਼ੁੱਧ ਰੂਪ ਉਹ ਕਿਸ ਪ੍ਰਕਾਰ ਹੈ। ਰਹਾਉ ਵਿਚਾਰ ਨੀਚ ਹੈ ਊਚ ਕਰੈ ਮੇਰਾ ਗੋਬਿੰਦ, ਕਿ ਉਹ ਜਿਹੜਾ ਵਾਹਿਗੁਰੂ ਹੈ ਉਹ ਨੀਵਿਆਂ ਨੂੰ
ਉੱਚਾ ਕਰਨ ਵਾਲਾ ਹੈ, ਮਾਨ ਸਤਕਾਰ ਬਖਸ਼ਣ ਵਾਲਾ ਹੈ। ਇਸ ਲਈ ਉਸ ਵਾਹਿਗੁਰੂ ਦਾ ਨਾਮ ਹੈ ਬਰ। ਇੱਕ ਵਾਹਿਗੁਰੂ ਦਾ ਨਾਮ ਹੈ ਬਾਇਸ਼। ਬਾਇਸ਼ ਦਾ ਅਰਥ ਹੁੰਦਾ ਹੈ ਮੁਰਦਿਆਂ ਨੂੰ ਪ੍ਰਾਣ ਦੇਣ ਵਾਲਾ। ਜਿਹੜੇ ਮੁਰਦੇ ਹਨ ਇਹ ਦੋ ਪ੍ਰਕਾਰ ਦੇ ਹੁੰਦੇ ਆ। ਇੱਕ ਅੰਤਰੀਵ ਮੁਰਦੇ ਹੁੰਦੇ ਹਨ, ਇੱਕ ਬਾਹਰੀ ਤੌਰ ਤੇ ਜੀਵਨ ਕਲਾ ਸਮਾਪਤ ਹੋ ਜਾਣੀ। ਪਰ ਸਤਿਗੁਰੂ ਸਾਹਿਬ ਜੀ ਦੋਵੇਂ ਪ੍ਰਕਾਰ ਦੇ ਮੁਰਦਿਆਂ ਨੂੰ ਪ੍ਰਾਣ ਦੇਣ ਵਾਲੇ ਹਨ। ਉਹ ਕਿਵੇਂ? ਪਾਵਨ ਗੁਰਬਾਣੀ ਦੇ ਅੰਦਰ ਬਚਨ ਆਉਂਦੇ ਹਨ, ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਜੇ ਉਹ ਪਰਮੇਸ਼ਰ ਵਾਹਿਗੁਰੂ ਨੂੰ ਚੰਗਾ ਲੱਗੇ ਤੇ ਉਹ ਸਾਡੇ ਚੱਲਦੇ ਹੋਏ ਜਿਹੜੇ ਸਾਹ ਜੇ ਕਦੇ ਰੁਕ ਵੀ ਜਾਣ, ਪਰਮੇਸ਼ਰ ਵਾਹਿਗੁਰੂ ਫਿਰ ਵੀ ਸਾਨੂੰ ਜੀਵਨ ਸੱਤਾ ਬਖਸ਼ਣ ਵਾਲਾ ਹੈ। ਦੇਖੋ ਉਹ ਕਿਵੇਂ ਹੋਇਆ ਹੈ। ਪਾਵਨ ਇਤਿਹਾਸ ਦੇ ਅੰਦਰ ਇਹ ਘਟਨਾ, ਇਹ ਇਤਿਹਾਸ ਤੁਸੀਂ ਸਭੇ ਜਾਣਦੇ ਹੋ। ਇਸ ਦੀ ਆਪਾਂ ਹੋਰ ਸੂਖਸ਼ਮ ਵਿਚਾਰ ਕਰਦੇ ਜਾਈਏ ਕਿ ਜਿਵੇਂ ਆਪਣੇ ਸਰੀਰ ਦੇ ਵਿੱਚੋਂ ਸਾਹ ਉੱਠਦਾ ਹੈ, ਸਾਹ ਉੱਠ ਕਰਕੇ ਗਲੇ ਦੇ ਰਾਹੀਂ ਬਾਹਰ ਆਉਂਦਾ ਹੈ ਮੂੰਹ ਦੇ ਵਿੱਚੋਂ। ਪਰ ਤੁਸੀਂ ਦੇਖੋ ਜਦੋਂ ਬਾਬਾ ਦੀਪ ਸਿੰਘ ਜੀ ਦਾ ਸੀਸ ਧੜ ਤੋਂ ਜੁਦਾ ਹੋਇਆ, ਉਹਨਾਂ ਨੇ ਆਪਣਾ ਸੀਸ ਤਲੀ ਦੇ ਉੱਪਰ ਟਿਕਾਇਆ। ਤੁਸੀਂ ਸੋਚ ਕੇ ਵੇਖੋ ਕਿ ਜਿਹੜਾ ਸਾਹ ਹੈ ਉਹ ਕਿਵੇਂ ਗਲੇ ਦੇ ਰਾਹੀਂ ਫਿਰ ਬਾਹਰ ਆਉਂਦਾ ਹੋਵੇਗਾ। ਉਥੇ ਇਹ ਗੁਰਬਾਣੀ ਦਾ ਸਿਧਾਂਤ ਦੇਖ ਕਰਕੇ ਵਿਚਾਰ ਸੁਣ ਕੇ ਕਿ ਪ੍ਰਭ ਭਾਵੈ ਬਿਨ ਸਾਸ ਤੇ ਰਾਖੈ। ਆਪਣੀ ਜਿਹੜੀ ਬੁੱਧੀ ਹੈ ਇਹ ਉਥੋਂ ਤੱਕ ਪਹੁੰਚ ਸਕਦੀ ਹੈ ਜਿੰਨੀ ਇਸ ਦੀ ਸੀਮਾ ਹੈ। ਪਰ ਉਸ ਪਰਮੇਸ਼ਰ ਵਾਹਿਗੁਰੂ ਦੇ ਕੌਤਕਾਂ ਦੀ ਜਿਹੜੀ ਵਿਚਾਰ ਹੈ ਉਹ ਇਸ ਬੁੱਧੀ ਦੀ ਸੀਮਾ ਤੋਂ ਅੱਗੇ ਸ਼ੁਰੂ ਹੁੰਦੀ ਹੈ। ਉਹ ਜਿਹੜੇ ਕੌਤਕ ਹਨ ਜੇ ਆਮ ਸੰਗਤ ਵਿੱਚ ਸੁਣਾਏ ਜਾਣ ਤੇ ਸ਼ੰਕਾ ਪੈਦਾ ਹੋ ਸਕਦੀ ਹੈ ਕਿ ਇਦਾਂ ਕਿਵੇਂ ਹੋ ਸਕਦਾ ਹੈ। ਗੱਲ ਇਹ ਹੈ ਕਿ ਹੋ ਸਭ ਕੁਝ ਜਾਂਦਾ ਹੈ, ਬਸ ਉਹ ਸਾਡੇ ਸਮਝ ਦੇ ਵਿੱਚ ਨਹੀਂ ਆਉਂਦਾ। ਕਿਉਂਕਿ ਅੱਜ ਦਾ ਗਿਆਨ ਇਹ ਹੋਇਆ ਪਿਆ ਹੈ ਕਿ ਜਿਹੜੀ ਗੱਲ ਸਾਡੇ ਸਮਝ ਆਉਂਦੀ ਹੈ ਉਹ ਠੀਕ ਹੈ। ਜੇ ਸਾਨੂੰ ਪਰਮੇਸ਼ਰ ਨਹੀਂ ਦਿਸਦਾ, ਉਸ ਦੀ ਹੋਂਦ ਦਾ ਸਾਨੂੰ ਇਲਮ ਨਹੀਂ ਹੁੰਦਾ ਤੇ ਅਸੀਂ ਉਸ ਤੋਂ ਮੁਨਕਰ ਹੋ ਜਾਂਦੇ ਹਾਂ। ਇਸ ਲਈ ਉਹ ਪਰਮੇਸ਼ਰ ਐਸਾ ਹੈ ਕਿ ਜੇ ਉਸ ਨੂੰ ਭਾ ਜਾਵੇ ਤਾਂ ਉਹ ਬਿਨਾਂ ਸਾਹਾਂ ਤੋਂ ਵੀ ਇਹ ਜੀਵਨ ਨੂੰ ਚਲਾ ਸਕਦਾ ਹੈ। ਜਾਂ ਪਾਵਨ ਗੁਰਬਾਣੀ ਦੇ ਅੰਦਰ ਬਚਨ ਆਉਂਦੇ ਹਨ ਕਿ ਜਿਹੜੇ ਅੰਦਰੂਨੀ ਤੌਰ ਤੇ ਮਰੇ ਹੋਏ ਹਨ, ਜਿਨ੍ਹਾਂ ਦੇ ਜੀਵਨ ਦੇ ਅੰਦਰ ਗਿਆਨ ਦੀ ਕਿਰਨ ਪੈਦਾ ਨਹੀਂ ਹੋਈ, ਜਿਹੜੇ ਗਿਆਨ ਤੋਂ ਹੀਣੇ ਹੋ ਕਰਕੇ ਮੁਰਦਿਆਂ ਦੇ ਵਾਂਗ ਹੋਏ ਹਨ, ਉਹਨਾਂ ਦੀ ਬਾਬਤ ਬਚਨ ਆਏ ਹਨ। ਮਿਰਤਕ ਕੋ ਪਾਇਓ ਤਨ ਸਾਸਾ, ਵਿਛੁਰਤ ਆਨ ਮਿਲਾਇਆ। ਪਰਮੇਸ਼ਰ ਵਾਹਿਗੁਰੂ ਨੇ ਜਿਹੜੇ ਗਿਆਨ ਤੋਂ ਹੀਨ ਹੋ ਕਰਕੇ ਮੁਰਦਿਆਂ ਦੇ ਵਾਂਗ ਜੀਵਨ ਜਿਉ ਰਹੇ ਸਨ, ਸਤਿਗੁਰੂ ਸਾਹਿਬ ਜੀ ਨੇ ਐਸੀ ਬਖਸ਼ਿਸ਼ ਕੀਤੀ ਕਿ ਉਹਨਾਂ ਦੇ ਪਾਇਓ ਤਨ ਸਾਸਾ, ਜਿਹੜਾ ਗਿਆਨ ਦੀ ਕਿਰਨ ਰੂਪ ਸਵਾਸ ਸਨ, ਉਹਨਾਂ ਦੇ ਹਿਰਦੇ ਦੇ ਅੰਦਰ ਵਸਾਉਣਾ ਕੀਤੇ ਤੇ ਕੀਤਾ ਕਿ ਫਿਰ ਵਿਛੁਰਤ ਆਨ ਮਿਲਾਇਆ ਕਿ ਜਿਹੜੇ ਜਨਮਾਂ ਜਨਮਾਂਤਰਾਂ ਤੋਂ ਗਿਆਨ ਦੀ ਪ੍ਰਾਪਤੀ ਦੇ ਨਾਲੋਂ ਵਿਛੜੇ ਹੋਏ ਸਨ, ਜਿਹੜੇ ਇਸ ਸੰਸਾਰ ਤੇ ਸਿਰਫ ਆਉਂਦੇ ਤੇ ਜਾਣਾ
ਇਹੀ ਆਖਰੀ ਆਪਣਾ ਕੰਮ ਜਿਸ ਜੀਵ ਨੇ ਸਮਝਿਆ ਹੋਇਆ ਸੀ, ਜਾਂ ਜਿਹੜਾ ਮਨੁੱਖ ਸਿਰਫ ਜਾਤੀ ਦੇ ਹੰਕਾਰ ਕਰਕੇ, ਸਿਰਫ ਉੱਚੀ ਕੁਲ ਦੇ ਹੰਕਾਰ ਕਰਕੇ ਇਸ ਸੰਸਾਰ ਦੇ ਵਿੱਚੋਂ ਕੁਝ ਵੀ ਖੱਟੀ ਖੱਟ ਨਹੀਂ ਰਿਹਾ ਸੀ। ਸਤਿਗੁਰੂ ਸਾਹਿਬ ਜੀ ਨੇ ਇਹ ਸਮਝਾਇਆ ਕਿ ਇਹ ਜਿਹੜਾ ਸਰੀਰ ਹੈ ਉਹ ਇੱਕ ਨਾਸ਼ਵੰਤ ਹੈ, ਇੱਕ ਮਿੱਟੀ ਦੀ ਢੇਰੀ ਹੈ। ਆਪ ਜੀ ਦੀ ਗਿਆਤ ਦੇ ਲਈ ਦੱਸ ਦਿੱਤਾ ਜਾਵੇ ਕਿ ਜਿਹੜਾ ਅੱਜ ਦੇ ਸਮੇਂ ਦੇ ਅੰਦਰ ਕਾਲੇ ਔਰ ਗੋਰੇ ਦਾ ਜਿਹੜਾ ਭੇਦ ਹੈ ਉਹ ਵੀ ਸਮਾਜ ਦੇ ਵਿੱਚ ਬਹੁਤ ਕੀਤਾ ਜਾਂਦਾ ਹੈ। ਪਰ ਤੁਸੀਂ ਸ਼ਾਇਦ ਇਸ ਗੱਲ ਨੂੰ ਨਾ ਜਾਣਦੇ ਹੋਵੋ ਕਿ ਜਿਹੜਾ ਗੋਰੇ ਰੰਗ ਦਾ ਮਨੁੱਖ ਹੈ ਔਰ ਦੂਸਰਾ ਜਿਹੜਾ ਕਾਲੇ ਰੰਗ ਦਾ ਮਨੁੱਖ ਹੈ, ਜੇ ਉਹਨਾਂ ਦੋਵਾਂ ਦੀ ਕੀਮਤ ਪਾਈ ਜਾਵੇ, ਇੱਕ ਇੱਕ ਅੰਗ ਦੀ, ਇੱਕ ਇੱਕ ਸਰੀਰ ਦੇ ਪਾਰਟ ਦੀ ਜੇ ਕੀਮਤ ਪਾਈ ਜਾਵੇ, ਤੇ ਕਾਲੇ ਮਨੁੱਖ ਦਾ ਜਿਹੜਾ ਮੁੱਲ ਹੈ, ਕੀਮਤ ਹੈ, ਇਹ ਗੋਰੇ ਮਨੁੱਖ ਦੇ ਨਾਲੋਂ 4 ਆਨੇ ਜ਼ਿਆਦਾ ਹੋਵੇਗੀ। ਕਿਉਂਕਿ ਉਸ ਦੇ ਅੰਦਰ ਵਸਣ ਵਾਲਾ ਜਿਹੜਾ ਕਾਲਾ ਰੰਗ ਹੈ, ਉਸ ਦੇ ਵਿੱਚ ਇੱਕ ਵੱਖਰੇ ਤਰ੍ਹਾਂ ਦਾ ਪਦਾਰਥ ਹੁੰਦਾ ਹੈ ਜਿਹੜਾ ਬੜਾ ਕੀਮਤੀ ਹੈ। ਕਹਿਣ ਤੋਂ ਭਾਵ ਇਹ ਹੈ ਕਿ ਜਿਹੜਾ ਸੰਸਾਰ ਰੰਗਾਂ ਦੇ ਭੇਦ ਕਰਕੇ, ਜਾਤੀ ਦੇ ਭੇਦ ਕਰਕੇ ਮੁਰਦਿਆਂ ਦੇ ਵਾਂਗ ਜੀਵਨ ਜਿਉ ਰਿਹਾ ਸੀ, ਸਤਿਗੁਰੂ ਸਾਹਿਬ ਜੀ ਨੇ ਇਸ ਮਹਾਨ ਗਿਆਨ ਦੀ ਬਖਸ਼ਿਸ਼ ਕਰਕੇ ਲੁਕਾਈ ਨੂੰ ਇਹ ਸਮਝਾਇਆ ਕਿ ਉਹ ਜਿਹੜੇ ਤੁਸੀਂ ਸੂਰਜ ਨੂੰ ਪਾਣੀ ਪਾਉਂਦੇ ਪਏ ਹੋ, ਉਥੇ ਪਾਣੀ ਪੂਣੀ ਨਹੀਂ ਪਹੁੰਚਦਾ। ਇਹਨਾਂ ਜੀਵਾਂ ਦੇ ਅੰਦਰ ਜਿਹੜਾ ਵਸ ਰਿਹਾ ਇੱਕ ਪਰਮੇਸ਼ਰ ਹੈ, ਉਸ ਸਰੀਰ ਦੇ ਵਿੱਚ ਪਾਣੀ ਪਾਉਣਾ ਕਰੋ, ਇਹ ਜ਼ਿਆਦਾ ਲਾਭਕਾਰੀ ਹੈ। ਹੱਦ ਤਾਂ ਤਦੋਂ ਹੋ ਜਾਂਦੀ ਹੈ ਕਿ ਜਦੋਂ ਅਸੀਂ 21ਵੀਂ ਸਦੀ ਦੇ ਵਿੱਚ ਜਿਉਂਦੇ ਹੋਏ ਵੀ ਜਿਹੜੀਆਂ ਮਨੋਕਲਪਿਤ ਗੱਲਾਂ ਹਨ, ਜਿਹੜੀਆਂ ਵਿਚਾਰਾਂ ਹਨ, ਜਿਹੜੀਆਂ ਸਾਡੀਆਂ ਕਈ ਹਜ਼ਾਰ ਸਾਲਾਂ ਤੋਂ ਦ੍ਰਿੜ ਹੋਈਆਂ ਨੇ, ਅਸੀਂ ਉਸ ਨੂੰ ਛੱਡਣ ਦੇ ਲਈ ਤਿਆਰ ਨਹੀਂ ਹੋ ਰਹੇ। ਕਿਉਂਕਿ ਇਹ ਗੱਲ ਆਮ ਕਹਾਵਤ ਤੁਸੀਂ ਸਾਰੇ ਜਾਣਦੇ ਹੋ ਕਿ ਜਿਹੜੀ ਇੱਕ ਕੋਈ ਆਦਤ ਹੈ, ਕੋਈ ਜਿਹੜੀ ਵਿਚਾਰ ਹੈ, ਉਸ ਨੂੰ ਬਦਲਣ ਦੇ ਲਈ ਘੱਟੋ ਘੱਟ 5 ਸਾਲ ਦਾ ਜਿਹੜਾ ਸਮਾਂ ਹੈ ਉਹ ਲੱਗਦਾ ਹੈ। ਇਸ ਲਈ ਆਪਣੇ ਗਿਆਨ ਦੀ ਪ੍ਰਾਪਤੀ ਦੇ ਲਈ ਅਸੀਂ ਸਤਿਗੁਰੂ ਸਾਹਿਬ ਜੀ ਨੂੰ ਹਰ ਵੇਲੇ ਮਨ ਹੀ ਮਨ ਅਰਦਾਸ ਬੇਨਤੀ ਕਰਨੀ ਹੈ ਕਿ ਵਾਹਿਗੁਰੂ ਸਾਡਾ ਜਿਹੜਾ ਜੀਵਨ ਹੈ, ਜਿਵੇਂ ਅਸੀਂ ਆਏ ਹਾਂ ਕਿਤੇ ਉਦਾਂ ਹੀ ਅਸੀਂ ਤੁਰ ਨਾ ਜਾਈਏ। ਅਸੀਂ ਕੁਝ ਇਸ ਸੰਸਾਰ ਤੋਂ ਖੱਟੀ ਲੈ ਕਰਕੇ, ਕੁਝ ਨਾਲ ਜਾਣ ਵਾਲਾ ਉਸ ਦੀ ਅਸੀਂ ਸੰਗ੍ਰਹਿਣ ਕਰਕੇ ਉਸ ਨੂੰ ਅਸੀਂ ਇਕੱਠਾ ਕਰਕੇ ਲੈ ਜਾਈਏ। ਹਰ ਇੱਕ ਮਨੁੱਖ ਮਾਤਰ ਨੂੰ ਇਹ ਬੈਠ ਕਰਕੇ ਵਿਚਾਰ ਕਰਨੀ ਚਾਹੀਦੀ ਹੈ। ਤੁਸੀਂ ਵੀ ਸਾਰੇ ਇਹ ਤਜਰਬਾ ਕਰਕੇ ਵੇਖਣਾ ਕਿ ਕਿਸੇ ਸਮੇਂ ਇਕੱਲਾ ਬੈਠ ਕਰਕੇ ਹਰ ਇੱਕ ਵਸਤੂ ਸਾਹਮਣੇ ਸੋਚਣੀ, ਇਹ ਸੋਚਣਾ ਕਿ ਜਿਹੜਾ ਪੈਸਾ ਹੈ, ਕੀ ਜਦੋਂ ਮੌਤ ਹੋਈ ਇਸ ਨੇ ਨਾਲ ਜਾਣਾ? ਜਿਹੜਾ ਪਰਿਵਾਰ ਹੈ, ਕੀ ਇਸ ਨੇ ਮੇਰੇ ਨਾਲ ਜਾਣਾ ਹੈ ਮੌਤ ਤੋਂ ਬਾਅਦ? ਇਹ ਜਿਹੜੀ ਜ਼ਮੀਨ ਹੈ, ਜਾਇਦਾਦ ਹੈ, ਕੀ ਇਹ ਮੌਤ ਤੋਂ ਬਾਅਦ ਮੇਰੇ ਨਾਲ ਜਾਵੇਗੀ? ਜਿਹੜੇ ਦੋਸਤ ਮਿੱਤਰਾਂ ਦੇ ਲਈ ਅਸੀਂ ਨਸ਼ਾ ਵਿਕਾਰ ਭੋਗਦੇ ਹਾਂ, ਉਹ ਵਿਚਾਰ ਕਰਨੀ ਕਿ ਇਹਨਾਂ ਨੇ ਸਾਡੇ ਨਾਲ ਜਾਣਾ ਹੈ। ਇਹ ਵਿਚਾਰ ਕਰਨੀ ਕਿ ਜਿਹੜਾ ਇਹ ਸੁੰਦਰ ਸਰੀਰ ਹੈ,
ਜਿਸ ਨੂੰ ਅਸੀਂ ਸਾਂਭਣ ਦੇ ਲਈ, ਜਿਸ ਨੂੰ ਅਸੀਂ ਸੋਹਣਾ ਦਿਖਾਉਣ ਦੇ ਲਈ ਗੁਰੂ ਦੀ ਗੱਲ ਤੋਂ ਮੁਨਕਰ ਹੋ ਕਰਕੇ ਸੋਹਣੇ ਕੇਸ ਕਟਾ ਦਿੰਨੇ ਆ। ਗੁਰੂ ਕਾ ਹੁਕਮ, ਗੁਰੂ ਕੀ ਮਰਿਆਦਾ ਛੱਡ ਕਰਕੇ ਇਹਨਾਂ ਕੇਸਾਂ ਨੂੰ ਅਸੀਂ ਰੰਗਦੇ ਹਾਂ ਕਿ ਇਸ ਫੈਸ਼ਨ ਨੇ, ਇਸ ਸਾਡੀ ਮਨੋਕਲਪਿਤ ਗੱਲਾਂ ਨੇ ਸਾਡੇ ਨਾਲ ਜਾਣਾ ਹੈ ਜਾਂ ਨਹੀਂ ਜਾਣਾ। ਫਿਰ ਦੂਸਰੇ ਬੰਨੇ ਇਹ ਵਿਚਾਰ ਕਰਨੀ ਕਿ ਸਾਡੇ ਨਾਲ ਜਾਣ ਵਾਲੀ ਕਿਹੜੀ ਵਸਤੂ ਹੈ। ਉਹ ਵਸਤੂ ਹੈ ਪਾਵਨ ਗੁਰਬਾਣੀ ਦਾ ਵਿਚਾਰਿਆ ਹੋਇਆ ਗਿਆਨ, ਜਪਿਆ ਹੋਇਆ ਜਿਹੜਾ ਨਾਮ ਹੈ, ਕੀਤੇ ਹੋਏ ਭਲੇ ਦੇ ਕੰਮ ਹਨ। ਇਸ ਲਈ ਇਸ ਗੱਲ ਨੂੰ ਸਤਿਗੁਰੂ ਸਾਹਿਬ ਜੀ ਨੇ ਅੰਕਿਤ ਕੀਤਾ ਹੈ ਕਿ ਗੁਰੂ ਸਾਹਿਬਾਨ ਜੀ ਨੇ ਇਹਨਾਂ ਮੁਰਦਿਆਂ ਦੇ ਅੰਦਰ ਜਿਹੜੇ ਗਿਆਨ ਰੂਪੀ ਸਾਹ ਪਾਉਣ ਦੇ ਲਈ ਇਸ ਸੰਸਾਰ ਦੇ ਉੱਪਰ ਅਵਤਾਰ ਧਾਰਿਆ। ਉਹ ਪਰਮੇਸ਼ਰ ਵਾਹਿਗੁਰੂ ਬਿਨਾਂ ਸਾਹ ਤੋਂ ਜਿਉਣ ਵਾਲਾ ਹੈ, ਜਿਸ ਕਰਕੇ ਉਸ ਵਾਹਿਗੁਰੂ ਦਾ ਨਾਮ ਪਿਆ ਹੈ ਬਾਰਿਸ਼। ਇੱਕ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਬਾਸਿਤ। ਬਾਸਿਤ ਦਾ ਅਰਥ ਹੁੰਦਾ ਹੈ ਬਹੁਤ ਦੇਣ ਵਾਲਾ। ਜਿਸ ਨੂੰ ਪਾਵਨ ਗੁਰਬਾਣੀ ਇਹਨਾਂ ਬਚਨਾਂ ਦੇ ਰਾਹੀਂ ਅੰਕਿਤ ਕਰਦੀ ਹੈ, ਬਿਆਨ ਕਰਦੀ ਹੈ ਕਿ ਦੇਦਾ ਦੇ ਲੈਂਦੇ ਥੱਕ ਪਾਹੇ, ਕਿ ਉਹ ਜਿਹੜਾ ਵਾਹਿਗੁਰੂ ਹੈ ਉਹ ਕੈਸਾ ਹੈ। ਉਹ ਪਰਮੇਸ਼ਰ ਵਾਹਿਗੁਰੂ ਹਰ ਵਕਤ ਸਾਨੂੰ ਮਨੁੱਖਾਂ ਨੂੰ ਜਿਹੜਾ ਦਾਨ ਹੈ ਉਹ ਦਿੰਦਾ ਹੈ, ਪਰ ਜਿਹੜਾ ਜੀਵ ਹੈ ਲੈਂਦੇ ਥੱਕ ਪਾਹੇ, ਉਸ ਵਾਹਿਗੁਰੂ ਦੀਆਂ ਦਾਤਾਂ ਨੂੰ ਲੈ ਕਰਕੇ ਹਰ ਵਿਸ਼ੇ ਵਿਕਾਰ ਨੂੰ ਭੋਗ ਕਰਕੇ ਖਾ ਪੀ ਕਰਕੇ ਆਖਰ ਉਹਨਾਂ ਦਾ ਜਿਹੜਾ ਸਰੀਰ ਹੈ ਬਜ਼ੁਰਗੀ ਅਵਸਥਾ ਦੇ ਅੰਦਰ ਥੱਕ ਜਾਂਦਾ ਹੈ। ਉਹਨਾਂ ਨੂੰ ਨਾ ਖਾਣ ਨੂੰ ਨਸੀਬ ਹੁੰਦਾ ਹੈ, ਨਾ ਸੌਣ ਨੂੰ। ਉਹ ਆਪਣੀ ਇੱਕ ਹਾਲਤ ਹੈ ਕਿ ਅਸੀਂ ਖਾਣਾ, ਅਸੀਂ ਭੋਗਣਾ ਬੰਦ ਕਰ ਦਿੱਤਾ ਹੈ, ਪਰ ਉਹ ਪਰਮੇਸ਼ਰ ਵਾਹਿਗੁਰੂ ਸਾਨੂੰ ਬਹੁਤੇ ਤੋਂ ਬਹੁਤਾ ਦੇਣ ਵਾਲਾ ਹੈ। ਸਿਰਫ ਇਸ ਸਮੇਂ, ਇਸ ਯੁੱਗ ਦੇ ਵਿੱਚ ਦੇਣ ਵਾਲਾ ਨਹੀਂ ਹੈ, ਜੁਗਾ ਜੁਗੰਤਰ ਖਾਹੀ ਖਾਹੇ। ਭਾਵੇਂ ਅਸੀਂ ਜੁਗਾਂ ਜੁਗਾਂ ਤੱਕ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਵਿੱਚੋਂ ਭੋਜਨ ਪ੍ਰਸ਼ਾਦਾ ਪਾਣੀ ਛਕੀ ਜਾਈਏ, ਫਿਰ ਵੀ ਖਤਮ ਹੋਣ ਵਾਲਾ ਨਹੀਂ ਹੈ। ਇੱਥੇ ਹੀ ਪਰਮੇਸ਼ਰ ਵਾਹਿਗੁਰੂ ਦੀ ਬਾਬਤ ਇੱਕ ਗੱਲ ਹੋਰ ਬੜੀ ਸਾਹਮਣੇ ਆਉਂਦੀ ਹੈ ਕਿ ਉਹ ਵਾਹਿਗੁਰੂ ਇੰਨਾ ਕੁ ਵੱਡਾ ਦਾਤਾ ਹੈ। ਹਾਲਾਂਕਿ ਸੰਸਾਰ ਦੇ ਅੰਦਰ ਵੀ ਬੜੇ ਵੱਡੇ ਦਾਨੀ ਹਨ, ਜਿਵੇਂ ਅੱਜ ਦੇ ਅੰਦਰ ਬੜੇ ਵੱਡੇ ਸਮਾਜ ਸੇਵੀ ਵੀ ਤੁਸੀਂ ਵੇਖਦੇ ਹੋ, ਪਰ ਸਮਾਜ ਸੇਵੀਆਂ ਦੇ ਅੰਦਰ ਔਰ ਪਰਮੇਸ਼ਰ ਵਾਹਿਗੁਰੂ ਦੇ ਦੇਣ ਦੇ ਵਿੱਚ ਕੀ ਫਰਕ ਹੈ? ਤੁਸੀਂ ਆਮ ਸਮਾਜ ਸੇਵੀ ਵੇਖੇ ਹੋਣੇ ਹਨ, ਉਹ ਲੋਕਾਂ ਦੇ ਕੋਲੋਂ ਪੈਸੇ ਇਕੱਠੇ ਕਰਕੇ ਜੇ ਕਿਸੇ ਗਰੀਬ ਨੂੰ ਦਿੰਦੇ ਹਨ ਤੇ ਦੇਣ ਤੋਂ ਪਹਿਲਾਂ ਹੀ ਉਹ ਕੈਮਰਾ ਚਲਾ ਲੈਂਦੇ ਆ ਕਿ ਅਸੀਂ ਦਾਤੇ ਹੋ ਕਰਕੇ ਇਹਨਾਂ ਗਰੀਬਾਂ ਦੀ ਸਹਾਇਤਾ ਕਰਨ ਵਾਲੇ ਆ। ਉਹ ਕਿਸੇ ਨਾ ਕਿਸੇ ਪ੍ਰਕਾਰ ਦੀ ਜਿਹੜੀ ਤਮਾ ਹੈ ਮਸ਼ਹੂਰ ਹੋਣ ਦੀ, ਆਪਣੀ ਸਿਫਤ ਕਰਾਉਣ ਦੀ ਉਹਨਾਂ ਨੂੰ ਇੱਛਾ ਹੁੰਦੀ ਹੈ, ਪਰ ਉਹ ਪਰਮੇਸ਼ਰ ਵਾਹਿਗੁਰੂ ਕੈਸਾ ਹੈ, ਵੱਡਾ ਦਾਤਾ, ਤਿਲ ਨਾ ਧਮਾਏ। ਉਹ ਵਾਹਿਗੁਰੂ ਵੱਡਾ ਦਾਤਾ ਹੋਣ ਦੇ ਨਾਲ ਉਸ ਨੂੰ ਸਾਡੇ ਕੋਲੋਂ ਤਿਲ ਜਿੰਨੀ ਵੀ ਤਮਾ ਨਹੀਂ ਹੈ। ਇਸ ਦਾ ਇਹ ਅਰਥ ਭਾਵ ਹੈ ਕਿ ਵਾਹਿਗੁਰੂ ਸਾਨੂੰ ਸਵੇਰ ਤੋਂ ਲੈ ਕੇ ਸੌਣ ਤੱਕ
ਕਿੰਨੀਆਂ ਸਾਨੂੰ ਦਾਤਾਂ, ਕਿੰਨੀਆਂ ਸਾਨੂੰ ਬਖਸ਼ਿਸ਼ਾਂ ਦਿੰਦਾ ਹੈ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਪਰਮੇਸ਼ਰ ਸਾਨੂੰ ਤਾਂ ਦਿੰਦਾ ਹੈ ਕਿ ਅਸੀਂ ਉਸ ਦਾ ਨਾਮ ਜਪੀਏ। ਇਸ ਗੱਲ ਦੀ ਪਰਮੇਸ਼ਰ ਨੂੰ ਕੋਈ ਤਮਾ ਨਹੀਂ ਹੈ ਕਿ ਕੋਈ ਪਰਮੇਸ਼ਰ ਦੀ ਉਸਤਤ ਕਰੇ ਜਾਂ ਪਰਮੇਸ਼ਰ ਨੂੰ ਕੋਈ ਮਾੜਾ ਬੋਲੇ, ਕਿਉਂਕਿ ਜਿਸ ਜੀਵ ਦੇ ਅੰਦਰ ਮੈਂ ਪੁਣਾ ਹੋਵੇ, ਜਿਸ ਦੇ ਅੰਦਰ ਆਪਣੇ ਸਰੀਰ ਦਾ ਖਿਆਲ ਹੋਵੇ, ਉਸ ਨੂੰ ਨਿੰਦਾ ਤੇ ਉਸਤਤ ਦੀ ਜਿਹੜੀ ਲੋੜ ਹੈ, ਪ੍ਰਭਾਵ ਪੁਣਾ ਉਹ ਕਬੂਲਦਾ ਹੈ। ਪਰ ਉਹ ਜਿਹੜਾ ਪਰਮੇਸ਼ਰ ਹੈ, ਉਸ ਨੂੰ ਨਾ ਕਿਸੇ ਦੀ ਨਿੰਦਿਆ ਦੀ ਲੋੜ ਹੈ ਤੇ ਨਾ ਹੀ ਉਸ ਨੂੰ ਉਸਤਤ ਦੀ ਲੋੜ ਹੈ। ਕੋਈ ਭਾਵੇਂ ਉਸ ਦੀ ਨਿੰਦਿਆ ਕਰੀ ਜਾਵੇ ਤਾਂ ਵੀ ਉਸ ਨੂੰ ਫਰਕ ਨਹੀਂ ਪੈਂਦਾ, ਤੇ ਭਾਵੇਂ ਕੋਈ ਉਸ ਵਾਹਿਗੁਰੂ ਦੀ ਉਸਤਤ ਕਰੀ ਜਾਵੇ ਉਸ ਨੂੰ ਤਾਂ ਵੀ ਕੋਈ ਫਿਕਰ ਨਹੀਂ ਹੈ, ਕੋਈ ਉਸ ਨੂੰ ਅਸਰ ਨਹੀਂ ਹੈ, ਕਿਉਂਕਿ ਅਸਰ ਉਸ ਨੂੰ ਹੁੰਦਾ ਹੈ ਜਿਸ ਦੇ ਅੰਦਰ ਮੈਂ ਪੁਣਾ ਹੋਵੇ। ਇਸ ਲਈ ਉਹ ਵਾਹਿਗੁਰੂ ਐਸਾ ਹੈ ਵੱਡਾ ਦਾਤਾ ਤਿਲ ਨਾ ਤਮਾਏ। ਉਸ ਨੂੰ ਆਪਣੀ ਸੋਭਾ ਕਰਾਉਣ ਦੀ ਤਿਲ ਜਿੰਨੀ ਵੀ ਜਿਹੜੀ ਇੱਛਾ ਹੈ ਉਹ ਨਹੀਂ ਹੈ। ਕਿਤਨੇ ਕੁ ਜੀਵ ਤਾਂ ਇਸ ਪ੍ਰਕਾਰ ਦੇ ਹਨ, ਕੀਤੇ ਲੈ ਲੈ ਮੁਕਰ ਪਾਹੇ, ਕਿ ਬਹੁਤੇ ਜੀਵ ਇਦਾਂ ਦੇ ਹਨ ਜਿਹੜੇ ਪਰਮੇਸ਼ਰ ਵਾਹਿਗੁਰੂ ਦੇ ਕੋਲੋਂ ਸਭ ਕੁਝ ਲੈ ਕਰਕੇ ਵੀ ਫਿਰ ਵੀ ਆਖ ਦਿੰਦੇ ਹਨ ਕਿ ਸਾਨੂੰ ਦਿੱਤਾ ਹੀ ਕੀ ਹੈ, ਸਾਨੂੰ ਪਰਮੇਸ਼ਰ ਵਾਹਿਗੁਰੂ ਨੇ ਦੇਣਾ ਹੀ ਕੀ ਕੀਤਾ ਹੈ, ਸਾਡਾ ਸਵਾਰਿਆ ਹੀ ਕੀ ਹੈ। ਪਰ ਸਤਿਗੁਰੂ ਸਾਹਿਬ ਜੀ ਆਖਦੇ ਹਨ ਕਿ ਉਹ ਪਰਮੇਸ਼ਰ ਵਾਹਿਗੁਰੂ ਐਸਾ ਦਾਤਾ ਹੈ ਕਿ ਹਰ ਸਮੇਂ ਸਭਨਾਂ ਨੂੰ ਅੰਨ ਧਨ ਬਖਸ਼ਣ ਵਾਲਾ ਹੈ, ਜਿਸ ਕਰਕੇ ਉਸ ਵਾਹਿਗੁਰੂ ਦਾ ਨਾਮ ਪਿਆ ਹੈ ਬਾਸਿਤ। ਇੱਕ ਵਾਹਿਗੁਰੂ ਦਾ ਨਾਮ ਹੈ ਬਾਕੀ। ਬਾਕੀ ਦਾ ਅਰਥ ਹੁੰਦਾ ਹੈ ਸਭ ਤੋਂ ਸ਼ੇਸ਼। ਇਸ ਨੂੰ ਆਪਾਂ ਸੁਖੈਨ ਸ਼ਬਦਾਂ ਦੇ ਵਿੱਚ ਸਮਝਣਾ ਹੋਵੇ, ਭਾਵ ਜਿਹੜਾ ਸਭ ਹਿਸਾਬ ਕਿਤਾਬ ਕਰਕੇ ਜਿਹੜਾ ਬਾਕੀ ਦਾ ਬਚ ਜਾਵੇ ਉਸ ਨੂੰ ਸ਼ੇਸ਼ ਬਚਿਆ ਆਖਦੇ ਹਨ, ਜਿਸ ਨੂੰ ਆਪਾਂ ਆਖਦੇ ਹਾਂ ਕਿ ਬਾਕੀ ਕੀ ਬਚਿਆ ਹੈ। ਉਹੀ ਜਿਹੜਾ ਸ਼ਬਦ ਹੈ ਪਾਵਨ ਗੁਰਬਾਣੀ ਦੇ ਅੰਦਰ ਸਤਿਗੁਰੂ ਸਾਹਿਬ ਜੀ ਨੇ ਬਿਆਨ ਕੀਤਾ ਹੈ ਇਹਨਾਂ ਬਚਨਾਂ ਨੂੰ, ਕਿ ਜਿਸ ਸਮੇਂ ਸੰਸਾਰ ਦੀ ਇਹ ਹਾਲਤ ਹੁੰਦੀ ਹੈ ਅਰਬਦ ਨਰਬਦ ਧੁੰਦੂਕਾਰਾ, ਕਿ ਜਿਹੜੇ ਗਿਣਤੀ ਔਰ ਅਗਿਣਤ ਜਿਹੜਾ ਸਮਾਂ ਹੈ, ਇਹ ਜਿਹੜਾ ਗਿਣਤੀ ਔਰ ਅਣਗਿਣਤ ਜਿਹੜੇ ਜੀਵ ਹਨ, ਜਦੋਂ ਉਹਨਾਂ ਦੀ ਵੀ ਸਮਾਪਤੀ ਹੋ ਜਾਂਦੀ ਹੈ ਤੇ ਜਿੰਨੇ ਵੀ ਪਹਾੜ, ਜਿੰਨੇ ਵੀ ਆਪਾਂ ਜੰਗਲ ਵੇਖਦੇ ਹਾਂ, ਇਹ ਕਹਿ ਦਈਏ ਕਿ ਜਿੰਨਾ ਵੀ ਬ੍ਰਹਿਮੰਡ ਹੈ, ਜਦੋਂ ਇਹ ਵੀ ਸਮਾਪਤ ਹੋ ਜਾਂਦਾ ਹੈ, ਜਦੋਂ ਸਿਰਫ ਧੁੰਦੂਕਾਰਾ, ਸਿਰਫ ਜਿਵੇਂ ਧੁੰਦਾਂ ਹੁੰਦੀਆਂ ਹਨ ਠੰਡਾਂ ਦੇ ਵਿੱਚ, ਉਸ ਵਰਗਾ ਜਦੋਂ ਸਮਾਂ ਆ ਜਾਂਦਾ ਹੈ ਕਿ ਸਾਰੀ ਸ੍ਰਿਸ਼ਟੀ ਨਾਸ਼ ਹੋ ਕਰਕੇ ਸਿਰਫ ਧੁੰਦ ਹੀ ਧੁੰਦ, ਹਨੇਰਾ ਹੀ ਹਨੇਰਾ ਇਸ ਬ੍ਰਹਿਮੰਡ ਦੇ ਵਿੱਚ ਹੁੰਦਾ ਹੈ, ਜਿਸ ਸਮੇਂ ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਧਰਤੀ ਰਹਿੰਦੀ ਹੈ ਤੇ ਨਾ ਹੀ ਆਕਾਸ਼ ਰਹਿੰਦਾ ਹੈ। ਸਿਰਫ ਉਸ ਪਾਰਾਵਾਰ ਤੋਂ ਰਹਿਤ ਪਰਮੇਸ਼ਰ ਦਾ ਜਦੋਂ ਹੁਕਮ ਚੱਲਦਾ ਹੁੰਦਾ ਹੈ, ਨਾ ਦਿਨ ਰੈਣ, ਨਾ ਚੰਦ, ਨਾ ਸੂਰਜ, ਜਿਸ ਸਮੇਂ ਨਾ ਦਿਨ ਰਹਿੰਦਾ ਹੈ, ਨਾ ਰਾਤ ਰਹਿੰਦੀ ਹੈ, ਨਾ ਚੰਦ ਰਹਿੰਦਾ ਹੈ, ਨਾ ਸੂਰਜ ਰਹਿੰਦਾ ਹੈ, ਸੁਨ ਸਮਾਧ ਲਗਾਏ ਦਾ, ਉਸ ਸਮੇਂ ਉਹ ਪਰਮੇਸ਼ਰ ਵਾਹਿਗੁਰੂ ਸਭ ਕੁਝ ਖਤਮ ਹੋਣ ਤੋਂ ਬਾਅਦ ਵੀ ਉਹ ਫਿਰ ਵੀ ਸ਼ੇਸ਼ ਬਚਿਆ ਰਹਿੰਦਾ ਹੈ,
ਸੁਨ ਸਮਾਧੀ ਰੂਪ ਹੋ ਕਰਕੇ। ਫਿਰ ਉਹ ਕਿਸੇ ਵੀ ਪ੍ਰਕਾਰ ਦੀ ਜਿਹੜੀ ਰਚਨਾ ਹੈ ਉਸ ਨੂੰ ਕਰਦਾ ਨਹੀਂ ਹੈ। ਜਿਸ ਸਮੇਂ ਪਰਮੇਸ਼ਰ ਵਾਹਿਗੁਰੂ ਦਾ ਜਿਹੜਾ ਨਾਮ ਹੈ ਉਹ ਇੱਕ ਕਰਕੇ ਰਹਿੰਦਾ ਹੈ। ਹੁਣ ਜਿਹੜਾ ਪਰਮੇਸ਼ਰ ਵਾਹਿਗੁਰੂ ਹੈ, ਜਦੋਂ ਉਹ ਬ੍ਰਹਿਮੰਡ ਸਾਜਦਾ ਹੈ, ਉਸ ਤੋਂ ਬਾਅਦ ਵਾਹਿਗੁਰੂ ਦੇ ਇੱਕ ਨਾਮ ਤੋਂ ਬਾਅਦ ਹਜ਼ਾਰਾਂ ਨਾਮ ਪੈ ਜਾਂਦੇ ਹਨ। ਵਾਹਿਗੁਰੂ ਨਾਮ ਪੈ ਜਾਂਦਾ ਹੈ। ਸ੍ਰਿਸ਼ਟੀ ਸਾਜਣ ਤੋਂ ਬਾਅਦ ਸਿਰਜਣਹਾਰ ਹੋ ਜਾਂਦਾ ਹੈ। ਜਦੋਂ ਉਹ ਰੱਖਿਆ ਕਰਦਾ ਹੈ ਉਦੋਂ ਉਸ ਦਾ ਨਾਮ ਗੋਪਾਲ ਪੈ ਜਾਂਦਾ ਹੈ। ਪਰ ਜਦੋਂ ਸਭ ਕੁਝ ਪਰਮੇਸ਼ਰ ਵਾਹਿਗੁਰੂ ਸਮੇਟ ਦੇਵੇ ਤਾਂ ਉਸ ਦਾ ਨਾਮ ਰਹਿੰਦਾ ਹੈ ਇੱਕ। ਉਸ ਦਾ ਨਾਮ ਰਹਿੰਦਾ ਹੈ ਬਾਕੀ, ਸਭ ਤੋਂ ਸ਼ੇਸ਼ ਜਿਹੜਾ ਬਚਿਆ ਹੋਇਆ। ਇੱਕ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਬਾਤਿਨ। ਬਾਤਿਨ ਦਾ ਅਰਥ ਹੁੰਦਾ ਹੈ ਗੁਪਤ ਰੂਪ। ਉਹ ਪਰਮੇਸ਼ਰ ਵਾਹਿਗੁਰੂ ਐਸਾ ਹੈ ਕਿ ਇਸ ਸਾਰੇ ਸੰਸਾਰ ਨੂੰ ਸਾਜ ਕਰਕੇ ਵਿਆਪਕ ਹੋ ਰਿਹਾ ਹੈ, ਜਿਸ ਨੂੰ ਪਾਵਨ ਗੁਰਬਾਣੀ ਆਖਦੀ ਹੈ ਕਿ ਇਕਤ ਰੂਪ ਫਿਰ ਹੈ ਪ੍ਰਸੰਨਾ, ਕੋਈ ਨਾ ਕਿਸਹੀ ਜਿਹਾ। ਪਰਮੇਸ਼ਰ ਵਾਹਿਗੁਰੂ ਨੇ ਇੰਨੀ ਸ੍ਰਿਸ਼ਟੀ ਪੈਦਾ ਕੀਤੀ ਹੈ ਜਿਸ ਦੇ ਅੰਦਰ ਕਿਸੇ ਵਰਗਾ ਕੋਈ ਵੀ ਮਨੁੱਖ ਨਹੀਂ ਹੈ। ਸਾਰਿਆਂ ਦੀਆਂ ਹੱਥਾਂ ਦੀਆਂ ਰੇਖਾਵਾਂ ਵੱਖਰੀਆਂ ਵੱਖਰੀਆਂ ਹਨ। ਅੰਗੂਠੇ ਦੇ ਜਿਹੜੇ ਚਿੰਨ੍ਹ ਹਨ ਸਭ ਦੇ ਵੱਖਰੋ ਵੱਖਰੇ ਹਨ। ਜਿਵੇਂ ਅੰਗੂਠੇ ਦੇ ਚਿੰਨ੍ਹ ਹੁੰਦੇ ਹਨ ਉਸੇ ਤਰ੍ਹਾਂ ਹੀ ਜ਼ੁਬਾਨ ਦੇ ਵੀ ਚਿੰਨ੍ਹ ਹੁੰਦੇ ਹਨ, ਉਹ ਵੀ ਸਾਡੇ ਸਾਰਿਆਂ ਦੇ ਵੱਖਰੇ ਹੁੰਦੇ ਹਨ। ਕੋਈ ਨਾ ਕਿਸੇ ਹੀ ਜਿਹਾ। ਉਸ ਵਾਹਿਗੁਰੂ ਨੇ ਕਿਸੇ ਮਨੁੱਖ ਦੇ ਵਰਗਾ ਬਿਲਕੁਲ ਇੱਕੋ ਜਿਹਾ ਹੋਰ ਮਨੁੱਖ ਪੈਦਾ ਨਹੀਂ ਕੀਤਾ ਤੇ ਸਭ ਕੁਝ ਪੈਦਾ ਕਰਨ ਤੋਂ ਬਾਅਦ ਇਕਤ ਰੂਪ ਫਿਰ ਹੈ ਪ੍ਰਸੰਨਾ। ਉਹ ਇੱਕ ਰੂਪ ਹੋ ਕਰਕੇ ਪ੍ਰਸੰਨਾ ਮੈਨੇ ਗੁਪਤ ਹੋ ਰਿਹਾ ਹੈ। ਸਭ ਦੇ ਅੰਦਰ ਵਿਰਾਜਮਾਨ ਹੋਣ ਦੇ ਬਾਵਜੂਦ ਵੀ ਉਹ ਵਾਹਿਗੁਰੂ ਗੁਪਤ ਹੋ ਕਰਕੇ ਵਿਚਰ ਰਿਹਾ ਹੈ, ਜਿਸ ਨੂੰ ਦਸਮ ਬਾਣੀ ਇਸ ਪ੍ਰਕਾਰ ਆਖਦੀ ਹੈ ਕਿ ਗੈਬੁਲ ਗੈਬ ਹੈ। ਉਹ ਵਾਹਿਗੁਰੂ ਗੁਪਤ ਤੋਂ ਵੀ ਗੁਪਤ ਹੈ। ਉਹ ਇਸ ਸੰਸਾਰ ਦੇ ਅੰਦਰ ਇਸ ਪ੍ਰਕਾਰ ਵਰਤਨਾ ਕਰਦਾ ਹੈ। ਇਸੇ ਪ੍ਰਕਾਰ ਹੀ ਇੱਕ ਵਾਹਿਗੁਰੂ ਦਾ ਨਾਮ ਹੈ ਬਾਰੀ। ਬਾਰੀ ਦਾ ਅਰਥ ਹੁੰਦਾ ਹੈ ਪੈਦਾ ਕਰਨ ਵਾਲਾ। ਕਿ ਉਹ ਜਿਹੜਾ ਵਾਹਿਗੁਰੂ ਹੈ ਜੀਅ ਜੰਤ ਸਭ ਤੁਧ ਉਪਾਏ, ਜਿਤ ਜਿਤ ਭਾਣਾ ਤਿਤ ਤਿਤ ਲਾਏ। ਜਿੰਨੇ ਵੀ ਆਪਾਂ ਜੀਵ ਜੰਤੂ ਵੇਖਦੇ ਆ ਉਹ ਆਪ ਪਰਮੇਸ਼ਰ ਵਾਹਿਗੁਰੂ ਦੀ ਜੀਵ ਸੱਤਾ ਕਰਕੇ ਪੈਦਾ ਹੋਏ ਆ। ਤੇ ਪੈਦਾ ਕਰਨ ਤੋਂ ਬਾਅਦ ਇਹ ਸਿਧਾਂਤ ਹੈ ਕਿ ਜਿਵੇਂ ਜਿਵੇਂ ਉਸ ਪਰਮੇਸ਼ਰ ਵਾਹਿਗੁਰੂ ਦਾ ਭਾਣਾ ਹੈ ਉਸੇ ਤਰ੍ਹਾਂ ਦੀ ਜਿਹੜੀ ਕਾਰ ਵਿਹਾਰ ਹੈ ਮਨੁੱਖ ਪਏ ਕਰਦੇ ਹਨ। ਆਪਾਂ ਕਈ ਵਾਰ ਕਈ ਮਨੁੱਖਾਂ ਨੂੰ ਬੜਾ ਸਮਝਾਉਣੇ ਆ ਪਰ ਫਿਰ ਵੀ ਉਹਨਾਂ ਦੇ ਗੱਲ ਉਹ ਸਮਝ ਗੋਚਰੇ ਨਹੀਂ ਹੁੰਦੀ। ਤਾਂ ਉੱਥੇ ਸਾਨੂੰ ਇਹ ਬਚਨ ਯਾਦ ਰੱਖਣੇ ਚਾਹੀਦੇ ਹਨ ਕਿ ਪਰਮੇਸ਼ਰ ਦਾ ਭਾਣਾ ਹੀ ਕੁਝ ਇਸ ਪ੍ਰਕਾਰ ਦਾ ਹੈ ਕਿ ਇਸ ਦੇ ਕਰਮ ਜਿਹੜੇ ਹਨ, ਕਿਉਂਕਿ ਕਰਮਾਂ ਦਾ ਜਿਹੜਾ ਸਿਧਾਂਤ ਹੈ ਜਿਸ ਨੂੰ ਗੁਰਬਾਣੀ ਨੇ ਬਿਆਨਿਆ ਹੈ ਉਸ ਤੋਂ ਆਪਾਂ ਮੁਨਕਰ ਨਹੀਂ ਹੋ ਸਕਦੇ, ਉਸ ਨੂੰ ਆਪਾਂ ਝੁਠਲਾ ਨਹੀਂ ਸਕਦੇ। ਇਹ ਬਚਨ ਆਪਾਂ ਆਮ ਹੀ ਸੁਣਦੇ ਹਾਂ ਕਿ ਕਿਰਤ ਕਰਮ ਕੇ ਵਿਛੁੜੇ ਕਰ ਕਿਰਪਾ ਮੇਲੋ ਰਾਮ। ਅਸੀਂ ਆਪਣੇ ਕੀਤੇ ਹੋਏ ਮਾੜੇ ਕਰਮਾਂ ਦੇ ਕਰਕੇ ਤੁਹਾਡੀ ਜਿਹੜੀ ਲਿਵ ਬਿਰਤੀ ਹੈ ਉਸ ਤੋਂ ਅਸੀਂ ਵਿਛੜੇ ਹੋਏ ਆ।
ਸਾਡੇ ਉੱਪਰ ਜਿਹੜੀ ਕਿਰਪਾ ਮਿਹਰ ਹੈ ਉਹ ਕਰਨਾ ਕਰੋ। ਸਾਰੀ ਜਿਹੜੀ ਖੇਡ ਹੈ, ਜਿਵੇਂ ਆਪਾਂ ਕੱਲ ਇਹ ਗੱਲ ਕੀਤੀ ਸੀ ਕਿ ਸ਼ੁਕਰਾਨੇ ਦੇ ਵਿੱਚ ਪਈ ਹੈ। ਸ਼ੁਕਰਾਨੇ ਦੇ ਵਿੱਚ ਹੀ ਸਭ ਕੁਝ ਹਾਸਲ ਹੋਣ ਵਾਲਾ ਹੈ। ਸ਼ਿਕਵਾ ਕਰਨ ਦੀ ਲੋੜ ਨਹੀਂ ਹੈ, ਕਿਉਂਕਿ ਧਰਮ ਦੀ ਦੁਨੀਆ ਦੇ ਦੋ ਸਿਧਾਂਤ ਹਨ। ਇੱਕ ਸਿਧਾਂਤ ਇਹ ਹੈ ਕਿ ਜਾਂ ਤਾਂ ਪਰਮੇਸ਼ਰ ਵਾਹਿਗੁਰੂ ਤੋਂ ਜੁਦਾ ਹੋ ਜਾਓ, ਜਿਵੇਂ ਨਾਸਤਿਕ ਲੋਕ ਕਰਦੇ ਹਨ। ਉਹ ਸਾਫ਼-ਸਾਫ਼ ਆਖ ਦਿੰਦੇ ਹਨ ਕਿ ਪਰਮੇਸ਼ਰ ਹੈ ਹੀ ਨਹੀਂ। ਦੂਸਰਾ ਜਿਹੜਾ ਸਿਧਾਂਤ ਇਹ ਹੈ ਕਿ ਜਾਂ ਫਿਰ ਫਿਦਾ ਹੋ ਜਾਓ। ਫਿਦਾ ਹੋਣ ਦਾ ਭਾਵ ਇਹ ਹੈ, ਜਿਸ ਨੂੰ ਆਪਾਂ ਆਖਦੇ ਹਾਂ ਸੰਪੂਰਨ ਸਮਰਪਿਤ ਹੋਣਾ। ਅਸੀਂ ਜਿਵੇਂ ਦੇ ਵੀ ਹਾਂ, ਅਸੀਂ ਪਾਪੀ ਹਾਂ, ਕਾਮੀ ਹਾਂ, ਕ੍ਰੋਧੀ ਹਾਂ, ਆਪਣੇ ਆਪ ਨੂੰ ਸਤਿਗੁਰੂ ਸਾਹਿਬ ਜੀ ਦੇ ਅੱਗੇ ਹਾਜ਼ਰ ਕਰ ਦੇਣਾ, ਸਰੈਂਡਰ ਕਰ ਦੇਣਾ, ਸਮਰਪਿਤ ਕਰ ਦੇਣਾ। ਇਸੇ ਵਿੱਚ ਹੀ ਸਾਡੀ ਜੀਵਨ ਦੀ ਸਫਲਤਾ ਹੈ, ਸਾਡੇ ਜੀਵਨ ਦਾ ਉਧਾਰ ਹੈ। ਵਿਚਾਰਾਂ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣਾ ਜੀ। ਪਾਵਨ ਗੁਰਬਾਣੀ ਦਾ ਜਿਹੜਾ ਸਿਧਾਂਤ ਹੈ, ਸਤਿਗੁਰੂ ਸਾਹਿਬ ਜੀ ਨੂੰ ਅਰਦਾਸ ਬੇਨਤੀ ਕਰੀਏ ਕਿ ਅਸੀਂ ਇਸ ਦੇ ਹਾਣੀ ਬਣ ਕਰਕੇ ਆਪਣੇ ਜੀਵਨ ਦੇ ਵਿੱਚ ਧਾਰਨ ਕਰ ਸਕੀਏ। ਫਤਿਹ ਬੁਲਾ ਕਰਕੇ ਅਰਦਾਸ ਵਿੱਚ ਜੁੜਨਾ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।